ਨਹੀਂ ਹੈ। ਰਾਣਾ ਸਾਹਿਬ ਬਹੁਤ ਪਰੇਸ਼ਾਨੀਆਂ ਨੇ। ਇੱਕ ਪਰੇਸ਼ਾਨੀ ਹੋਵੇ ਤਾਂ ਤੁਹਾਨੂੰ ਦੱਸੀਏ, ਇਹ ਜਿਹੜਾ ਇਸ਼ਕ ਆ ਨਾ, ਇਹ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਬਾਕੀ ਜੋ ਮਰਜ਼ੀ ਕਰ ਲੈ ਦੁਨੀਆ ਤੇ, ਇਹ ਇਸ਼ਕ ਨਹੀਂ ਹੈ ਜਿਹੜੇ ਅੱਜ ਕੱਲ੍ਹ ਦੇ ਲੋਕ ਕਰ ਰਹੇ ਨੇ ਨਾ, ਇਹ ਇਸ਼ਕ ਨਹੀਂ ਹੈ। ਇਸ਼ਕ ਤੇ ਇਹ ਹੈਗਾ ਨਾ ਕਿ ਜਿੱਦਾਂ ਹੋ ਜਾਓ ਉਹਦਾ ਹੀ ਹੋ ਕੇ ਰਹਿ ਜਾਓ ਬਸ ਦੁਨੀਆ ਤੇ। और आज मेरे साथ जो शख्स मौजूद है, इसको हम नाकाम आशिक कहें तो ये कुछ गलत ना होगा, क्योंकि इश्क के दौर से ये गुज़रे हैं और मुसलसल किसी से 6 साल की मोहब्बत का दुरानिया इनका गुज़रा है, लेकिन मोहब्बत में ये कामयाब नहीं हो सके और बिलाखिर ये जो है वो अपना दर्द छुपाए फिरते हैं। आज हम इनके साथ मुलाकात के लिए ख़ुसूसी तौर पर आए हैं और इनसे बात करेंगे और इनका दर्द जानेंगे कि आखिर माजरा क्या है, वो क्यों इस तरह की सिचुएशन बनाए फिरते हैं। अस्सलाम वालेकुम। वालेकुम सलाम। क्या नाम है आपका जी? मेरा नाम है जी असद महमूद। हाँ जी, असद साहब की माजरा बनया? ਅਸੀਂ ਤੁਹਾਨੂੰ ਬੜਾ ਵੇਖਨੇ ਕਿ ਬੜਾ ਤੁਹਾਡਾ ਮੁਰਝਾਇਆ ਜਿਹਾ ਚਿਹਰਾ, ਜਿਵੇਂ ਬੰਦਾ ਤੁਰਿਆ ਫਿਰਦਾ ਦੂਰੋਂ ਇੱਕ ਪਤਾ ਲੱਗਦਾ ਕਿ ਇਸ ਬੰਦੇ ਨੂੰ ਕੋਈ ਪਰੇਸ਼ਾਨੀ ਹੈ। ਰਾਣਾ ਸਾਹਿਬ ਬਹੁਤ ਪਰੇਸ਼ਾਨੀਆਂ ਨੇ। ਇੱਕ ਪਰੇਸ਼ਾਨੀ ਹੋਵੇ ਤਾਂ ਤੁਹਾਨੂੰ ਦੱਸੀਏ, ਠੀਕ ਹੋ ਗਿਆ। ਇਹ ਜਿਹੜਾ ਇਸ਼ਕ ਆ ਨਾ, ਇਹ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਬਾਕੀ ਜੋ ਮਰਜ਼ੀ ਕਰ ਲੈ ਦੁਨੀਆ ਤੇ ਬੰਦਾ, ਅੱਛਾ, ਇਹ ਨਹੀਂ ਕਰਨਾ ਚਾਹੀਦਾ। ਬਾਕੀ ਦੁਨੀਆ ਤੇ ਜੋ ਮਰਜ਼ੀ ਬੰਦਾ ਕਰ ਲਵੇ। ਨਹੀਂ ਹੈ ਤੇ ਫਿਰ ਤੁਹਾਨੂੰ ਪਤਾ ਅੱਜ ਕੱਲ ਹਰ ਨੌਜਵਾਨ ਜਿਹੜਾ ਉਹਦੀ ਨਹੀਂ, ਇਹ ਇਸ਼ਕ ਨਹੀਂ ਹੈ ਜਿਹੜੇ ਅੱਜ ਕੱਲ ਦੇ ਲੋਕ ਕਰ ਰਹੇ ਨੇ ਨਾ, ਇਹ ਇਸ਼ਕ ਨਹੀਂ ਹੈ। ਇਹ ਇਸ਼ਕ ਨਹੀਂ ਹੈ। ਕਿਸੇ ਨੂੰ ਕਮਰੇ 'ਚ ਲੈ ਕੇ ਜਾਣਾ ਇਸ਼ਕ ਨਹੀਂ ਹੈਗਾ। ਇਸ਼ਕ ਕੀ ਹੈ? ਇਸ਼ਕ ਤੇ ਇਹ ਹੈਗਾ ਨਾ ਕਿ ਜਿੱਦਾਂ ਹੋ ਜਾਓ ਉਹਦਾ ਹੀ ਹੋ ਕੇ ਰਹਿ ਜਾਓ ਬਸ ਦੁਨੀਆ ਤੇ। ਹੋਰ ਕੁਝ ਵੀ ਨਾ ਹੋਵੇ ਦੁਨੀਆ ਦੇ ਵਿੱਚ, ਜਾਂ ਅੱਲਾ ਦੀ ਜ਼ਾਤ ਹੋਵੇ ਜਾਂ ਉਹ ਇਨਸਾਨ ਹੋਵੇ ਬਸ। ਕਦੀ ਇਸ਼ਕ ਹੋਇਆ ਤੁਹਾਨੂੰ? ਬਹੁਤ ਜ਼ਿਆਦਾ ਹੋਇਆ ਜੀ। ਤੇ ਫਿਰ ਉਹ ਬੰਦਾ ਤੁਹਾਡਾ ਕਿਉਂ ਨਹੀਂ ਹੋਇਆ? ਉਹ ਬਸ ਹੋ ਗਏ, ਉਹ ਨਹੀਂ ਤੁਹਾਡਾ ਹੋਇਆ? ਸਿਰਫ ਕਿਸਮਤ ਨਹੀਂ ਸੀ ਨਾ, ਕਿਸਮਤ ਨੇ ਸਾਥ ਨਹੀਂ ਦਿੱਤਾ। ਕੋਸ਼ਿਸ਼ ਤੇ ਪੂਰੀ ਕੀਤੀ ਸੀ ਆਪਣੇ ਵੱਲੋਂ। ਤੇ ਹੁਣ ਬੜੇ ਦਰਦਨਾਕ ਚਿਹਰੇ ਨਾਲ ਫਿਰਦੇ ਜੇ, ਬੜੀ ਅਜੀਬ ਜੀ ਤੁਹਾਡੀ ਸਿਚੁਏਸ਼ਨ ਹੁੰਦੀ। ਮੈਂ ਕਈ ਵਾਰੀ ਤੁਹਾਨੂੰ ਵੇਖਿਆ, ਕਈ ਵਾਰੀ ਤੁਹਾਡੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਨਾਬ, ਤੇ ਬਿਲ ਆਖਰ ਅੱਜ ਬਸ ਤੈਨੂੰ ਪਤਾ ਫਿਰ ਮੇਰੀ ਗੱਲ ਸੁਣੋ, ਤੁਸੀਂ ਮੇਰੀ ਗੱਲ ਸੁਣੋ। ਸੀ ਬਸ ਇਹ ਗੱਲਾਂ ਦੱਸਣ ਵਾਲੀਆਂ ਤੇ ਨਹੀਂ ਹੁੰਦੀਆਂ। ਬਹਰਹਾਲ ਇਹਨਾਂ ਦੀ ਮਿਹਰਬਾਨੀ ਕਿ ਸਾਡੇ ਚੈਨਲ ਤੇ ਆ ਕੇ ਅੱਜ ਇੰਟਰਵਿਊ ਦੇ ਰਹੇ ਨੇ ਔਰ ਉਹਨਾਂ ਲੋਕਾਂ ਨੂੰ ਦੱਸ ਰਹੇ ਨੇ ਜਿਹੜੇ ਕਿਸੇ ਦੇ ਨਾਲ ਕਿਸੇ ਨੂੰ ਲਾਈਕ ਕਰਦੇ ਨੇ, ਔਰ ਉਹਨਾਂ ਨੂੰ ਇਹਨਾਂ ਦਾ ਇਹੀ ਮੈਸੇਜ ਹੈ ਕਿ ਅਗਰ ਤੁਸੀਂ ਕਿਸੇ ਦੇ ਨਾਲ ਮੁਹੱਬਤ ਕਰਦੇ ਹੋ, ਪਸੰਦ ਕਿਸੇ ਨੂੰ ਕਰਦੇ ਹੋ, ਤੇ ਫਿਰ ਉਹਦੇ ਨਾਲ ਤੋੜ ਜਿਹੜਾ ਨਾ ਨਿਭਾਉਣ ਦਾ ਇਰਾਦਾ ਵੀ ਰੱਖੋ। ਰਾਹ 'ਚ ਛੱਡ ਦੇਣਾ ਕੋਈ ਇਸ਼ਕ ਨਹੀਂ ਹੁੰਦਾ। ਉਹ ਤੇ ਜਾਂ ਫਿਰ ਬੰਦੇ ਨੂੰ ਕੋਈ ਦਿਲ ਲੱਗੀ ਹੁੰਦੀ ਜਾਂ ਕੋਈ ਕਿਸੇ ਦੇ ਨਾਲ ਜ਼ਰੂਰਤ ਦੇ ਤਹਿਤ ਹੁੰਦਾ ਹੈ। ਬਹਰਹਾਲ ਅਸਦ ਭਾਈ ਦੇ ਨਾਲ ਮਜ਼ੀਦ ਗੱਲ ਕਰਾਂਗੇ ਕਿ ਇਹਨਾਂ ਦੀ ਜ਼ਿੰਦਗੀ 'ਚ ਐਸਾ ਕੀ ਹੋਇਆ ਕਿ ਅੱਜ ਇਹ ਇਕੱਲੇ ਤੁਰੇ ਫਿਰਦੇ ਨੇ। ਅਸਦ ਸਾਹਿਬ, ਕਿੰਨੀ ਸਾਲ ਚੱਲਿਆ ਇਸ਼ਕ ਤੁਹਾਡਾ? ਇਹ ਤਕਰੀਬਨ 6 ਸਾਲ ਚੱਲਿਆ ਸਾਡਾ ਇਸ਼ਕ। ਅੱਛਾ, ਤੇ ਕਿਵੇਂ ਇਬਤਦਾ ਕਿਵੇਂ ਹੋਈ? ਇਬਤਦਾ ਕਿਵੇਂ ਹੋਈ? ਤੁਸੀਂ ਇਜ਼ਹਾਰ ਕੀਤਾ ਕਿ ਉਹਨਾਂ ਕੀਤਾ? ਮੈਂ ਕੀਤਾ। ਅੱਛਾ, ਤੁਸੀਂ ਉਹਨਾਂ ਨੂੰ? ਮੈਂ ਕੀਤਾ। ਮੈਂ ਜਾਂਦਾ ਹੁੰਦਾ ਸੀਗਾ ਸ਼ਹਿਰ ਕੰਮ ਦੇ ਉੱਤੇ, ਬੈਕਰੀ ਤੇ ਕੰਮ ਕਰਦਾ ਹੁੰਦਾ ਸੀ ਮੈਂ, ਠੀਕ ਹੈ। ਤੇ ਉਹ ਕਾਲਜ ਦੇ ਵਿੱਚ ਜਾਂਦੀ ਹੁੰਦੀ ਸੀ, ਮੈਂ ਉਹਨੂੰ ਰੋਜ਼ਾਨਾ ਦੇਖਦਾ ਸੀ, ਤਕਰੀਬਨ ਰੋਜ਼ਾਨਾ ਦੇਖਣਾ ਉਹਨੂੰ ਮੈਂ। ਠੀਕ ਹੋ ਗਿਆ। ਮੈਂ ਉੱਥੇ ਜਾਂਦਾ ਹੁੰਦਾ ਸੀਗਾ ਤੇ ਰੋਜ਼ਾਨਾ ਉਹਨੂੰ ਦੇਖਣਾ, ਜਦੋਂ ਉਹਨੇ ਜਾਣਾ, ਜਦੋਂ ਉਹਨੇ ਵਾਪਸ ਜਾਣਾ, ਮੈਂ ਰੋਜ਼ਾਨਾ ਦੇਖਣਾ। ਤੇ ਤਕਰੀਬਨ ਕੋਈ ਕਮੋ ਪੇਸ਼ ਕੋਈ ਤਕਰੀਬਨ 6 ਮਾਹ ਇਸ ਤਰ੍ਹਾਂ ਦੇਖਦੇ ਆ ਦਿਖਾਉਂਦੇ ਆ ਗੁਜ਼ਰ ਕੇ। ਅੱਛਾ, ਤੁਸੀਂ ਉਹਨੂੰ ਯਾਨੀ ਕਿ ਉਹ ਕਾਹਦੇ ਤੇ ਜਾਂਦੇ ਸੀ? ਰਕਸ਼ੇ ਵਗੈਰਾ? ਰਸ਼ਕੇ ਤੇ ਜਾਂਦੇ ਸੀ। ਅੱਛਾ, ਰਕਸ਼ੇ ਤੇ ਤੁਸੀਂ ਉਹਨੂੰ ਗੁਜ਼ਰਦੇ ਸੀ, ਕਦੀ ਬਾਏ ਬਾਏ ਕੀਤਾ? ਉਹ ਤਕਰੀਬਨ 3 ਮਹੀਨੇ ਤੋਂ ਬਾਅਦ ਇਸ ਤਰ੍ਹਾਂ ਦਾ ਸੀਨ ਹੋਇਆ। ਅੱਛਾ, 3 ਮਹੀਨੇ ਤੁਸੀਂ ਸਿਰਫ ਇੱਕ ਦੂਸਰੇ ਨੂੰ ਸੀਨ ਕੀਤਾ, ਦੇਖਿਆ। ਜਦੋਂ ਉਮੀਦ ਹੋ ਗਈ ਜ਼ਾਹਰ ਕਿ ਜਨਾਬ ਹੁਣ ਕੋਈ ਮੇਰੀ ਗੱਲ ਬਣ ਜਾਏਗੀ ਤੇ ਫਿਰ ਤੁਸੀਂ ਹੱਥ ਵਗੈਰਾ? ਹਾਂ ਬਿਲਕੁਲ। ਉਸ ਤੋਂ ਬਾਅਦ ਮੈਂ ਉਹਦਾ ਮਤਲਬ ਰਾਬਤਾ ਨੰਬਰ ਜਾਂ ਮਤਲਬ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਮੈਂ ਨਾਕਾਮ ਰਿਹਾ। ਠੀਕ ਹੈ, ਰਾਬਤਾ ਨਹੀਂ ਹੋਇਆ। ਇੱਕ ਦਿਨ ਅਚਾਨਕ ਨਾ ਉਹਦੇ ਨਾਲ ਜਿਹੜੀਆਂ ਲੜਕੀਆਂ ਜਾਂਦੀਆਂ ਹੁੰਦੀਆਂ ਸੀ ਨਾ, ਮਤਲਬ ਉਹ ਮੈਨੂੰ ਮਿਲ ਗਈ ਰਸਤੇ ਦੇ ਵਿੱਚ। ਉਹਦੇ ਨਾਲ ਉਹਦੀ ਸਹੇਲੀ ਮਿਲ ਗਈ? ਸਹੇਲੀ ਮਿਲ ਗਈ। ਮੈਂ ਉਹਨੂੰ ਪਤਾ ਹੋਣਾ ਤੁਹਾਡਾ ਕਿ ਉਹ ਪਤਾ ਸੀ, ਉਹਨੂੰ ਨਜ਼ਰ ਆਉਂਦੇ ਸੀ। ਉਹ ਨਾਲ ਜਾਂਦੀ ਸੀ ਨਾ ਉਹਦੇ ਬੈਠ ਕੇ, ਪਿਛਲੀ ਸਾਈਡ ਤੇ ਉਹ ਬੈਠਦੇ ਸੀ। ਤੇ ਉਸ ਤੋਂ ਬਾਅਦ ਨਾ ਮੇਰੇ ਕੋਲ ਸਾਈਕਲ ਹੁੰਦੀ ਸੀਗੀ, ਮੈਂ ਸਾਈਕਲ ਤੇ ਜਾਂਦਾ ਹੁੰਦਾ ਸੀ। ਅੱਛਾ, ਰਿਕਸ਼ੇ ਦੇ ਪਿੱਛੇ ਜਾਂਦੇ ਸੀ? ਪਿੱਛੇ ਜਾਂਦਾ ਸੀ। ਮੇਰੇ ਕੋਲ ਸਾਈਕਲ ਰਹੀ ਆ ਤਕਰੀਬਨ ਕਾਫੀ ਦੇਰ ਤੋਂ, ਕੋਈ 6 ਮਾਹ ਤੱਕ ਰਹੀ ਸਾਈਕਲ। ਅੱਛਾ, ਸਾਈਕਲ ਤੇ ਤੁਸੀਂ ਉਹਦਾ ਮਤਲਬ ਪੂਰਾ, ਹਾਂ, ਜਿਹਨੂੰ ਕਹਿੰਦੇ ਪੰਜਾਬੀ 'ਚ ਟਾਈਮ ਚੁੱਕਦੇ ਰਹੇ ਆ। ਉਸ ਤੋਂ ਬਾਅਦ ਸਰਕਾਰ ਮੈਂ ਨਾ ਨਹੀਂ ਆਂਦਾ ਨਾ ਘਰ ਆਇਆ। ਘਰ ਆਣ ਕੇ ਮੈਂ ਅੱਬੂ ਨੂੰ ਕਿਹਾ ਕਿ ਮੈਂ ਮੋਟਰਸਾਈਕਲ ਲੈਣੀ ਹੈ। ਉਹਨਾਂ ਨੇ ਕਿਹਾ ਤੈਨੂੰ ਕੀ ਜ਼ਰੂਰਤ ਪੈ ਗਈ ਮੋਟਰਸਾਈਕਲ? ਅੱਛਾ, ਅੱਬੇ ਨੇ ਆਖਿਆ ਤੈਨੂੰ ਕੀ ਲੋੜ? ਮੈਂ ਕਿਹਾ ਜੀ ਮੈਂ ਕੰਮ ਤੇ ਜਾਂਦਾ, ਮੈਂ ਥੱਕ ਜਾਂਦਾ ਵਾ। ਕਦੀ ਸਾਈਕਲ ਪੈਂਚਰ ਹੋ ਗਈ, ਕਦੀ ਰਸਤੇ 'ਚ ਰਹਿ ਗਏ, ਫਿਰ ਇਸ ਤਰ੍ਹਾਂ ਨਿਜ਼ਾਮ ਖਰਾਬ ਹੁੰਦਾ ਸੀ। ਅੱਬੇ ਨੇ ਕੀ ਕਿਹਾ? ਅੱਬੇ ਨੇ ਫਿਰ ਕੀ ਕੀਤਾ ਜੀ, ਉਹਨੇ ਕਿਹਾ ਜੀ ਤੈਨੂੰ ਮੈਂ ਲੈ ਦਿੰਦਾ ਮੋਟਰਸਾਈਕਲ। ਮੈਂ ਤਕਰੀਬਨ 15-16 ਹਜ਼ਾਰ ਦੀ ਮੋਟਰਸਾਈਕਲ ਲਈ। ਮੋਟਰਸਾਈਕਲ ਲੈ ਕੇ ਤੇ ਮੈਂ ਜੀ ਉਹਦੇ ਮਗਰ ਜਾਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਉਸ ਤੋਂ ਬਾਅਦ ਉਹਦੀ ਸਹੇਲੀ ਮਿਲੀ ਮੈਨੂੰ ਤੇ ਮੈਂ ਉਹਨੂੰ ਕਿਹਾ ਜੀ ਮੈਂ ਇਸ ਤਰ੍ਹਾਂ ਮੇਰਾ ਉਹਨਾਂ ਤੁਸੀਂ ਸੈਟਿੰਗ ਕਰਵਾਓ। ਤੇ ਉਹਨੇ ਕਿਹਾ ਜੀ ਮੈਨੂੰ ਪੈਸਿਆਂ ਦੀ ਜ਼ਰੂਰਤ ਹੈਗੀ ਹੈ। ਅੱਛਾ, ਉਹਦੀ ਸਹੇਲੀ ਨੇ ਪੈਸੇ ਮੰਗੇ? ਹਾਂ, ਪੈਸੇ ਮੰਗ ਲਏ ਉਹਦੇ ਨਾਲ ਗੱਲਬਾਤ ਕਰਾਉਣ ਦੇ। ਮੈਂ ਉਹਨੂੰ ਜੀ ਉਹਦੇ ਕਹਿਣ ਤੋਂ ਪਹਿਲੇ ਮਤਲਬ 5000 ਰੁਪਇਆ ਉਹਨੂੰ ਦੇ ਦਿੱਤਾ।
ਮੈਂ ਕਿਹਾ ਜੀ ਆ ਲਓ ਫੜੋ ਤੁਸੀਂ ਪੈਸੇ, ਤੇ ਮੇਰਾ ਕੰਮ ਕਦੋਂ ਹੋਏਗਾ? ਉਹਨੇ ਕਿਹਾ ਜੀ ਤੇਰਾ ਕੰਮ ਜਲਦੀ ਹੋ ਜਾਏਗਾ। ਮੈਂ ਕਿਹਾ ਚਲੋ ਠੀਕ ਹੋ ਗਿਆ ਜੀ। ਮੈਂ ਕੁਛ ਦਿਨ ਇੰਤਜ਼ਾਰ ਕੀਤਾ ਜੀ, ਉਹਨੇ ਫਿਰ ਮੈਨੂੰ ਕਿਹਾ ਜੀ ਨਹੀਂ ਕੰਮ ਹਲੇ ਹੋ ਨਹੀਂ ਸਕਿਆ ਹੈ, ਤੇ ਫਿਰ ਉਹਨੇ ਮੈਨੂੰ ਕੋਈ ਆਪਣੀ ਮਜਬੂਰੀ ਸੁਣਾ